ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਸੋ ਤੁਮਨੇ ਕਿਛ ਨਹੀਂ ਵਿਚਾਰਿਓ, ਭਇਓ ਬ੍ਰਿਧ ਕੈ ਬੁੱਧ ਬਲਹਾਰਿਓ। ਪਿਤ ਕੋ ਗੁਰੂ ਨਾਮ ਇਕ ਬਣੇ, ਮੈਂ ਵਿਵਹਾਰ ਚਲਾਵਤ ਘਣੇ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭਾ ਉੱਠੇ ਜਬ ਨਿਜ ਨਿਜ ਥਾਨ, ਪਹੁੰਚੇ ਸਭ ਸੁਭ ਕਰਤ ਬਖਾਨ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਦਿੱਤੀ ਹੈ। ਆਪ ਸਤਿਗੁਰੂ ਜੀ ਨੇ 3 ਪ੍ਰਕਰਮਾ ਕਰਕੇ ਪੁੱਤਰ ਗੁਰੂ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੈ, ਸਿਰ ਰੱਖ ਕੇ ਮੱਥਾ ਟੇਕ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਨੇ ਮੱਥਾ ਟੇਕਿਆ, 5 ਪੈਸੇ ਨਾਰੀਅਲ ਦਿੱਤੇ, ਗੁਰਤਾ ਗੱਦੀ ਦਾ ਤਿਲਕ ਲਾ ਦਿੱਤਾ ਗਿਆ। ਸਾਰੀ ਸਿੱਖ ਸੰਗਤ ਨੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਮੰਨ ਕੇ ਨਮਸਕਾਰ ਕੀਤੀ। ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਭਾ ਫਿਰ ਉੱਠ ਗਈ, ਸਾਰੇ ਸਿੱਖ ਆਪੋ ਆਪਣੇ ਟਿਕਾਣਿਆਂ 'ਤੇ ਚਲੇ ਗਏ ਔਰ ਆਪੋ ਆਪਣੇ ਘਰੋਂ ਘਰੀ ਜਾ ਕੇ ਟਿਕਾਣਿਆਂ 'ਤੇ ਜਾ ਕੇ ਸਾਰੇ ਸਿੱਖ ਜਿਹੜੇ ਨੇ ਇੱਕੋ ਹੀ ਗੱਲ ਕਹਿੰਦੇ ਸਨ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਰਾਮਦਾਸ ਜੀ। ਭਾਈ ਬਿਰਧ ਸੋ ਪ੍ਰਿਥਿਆ ਮਿਲਿਓ, ਜਰ ਪਰ ਰਹਿਓ ਨਾ ਬਸ ਕੁਸ ਚੱਲਿਓ। ਕਹਿੰਦੇ ਸਭਾ ਦੇ ਵਿੱਚ ਤੇ ਪ੍ਰਿਥਿਆ ਕੁਝ ਕਰ ਨਹੀਂ ਸਕਿਆ, ਬੋਲ ਨਹੀਂ ਸਕਿਆ, ਪਰ ਬਾਅਦ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਿਥੀ ਚੰਦ ਮਿਲਿਆ ਔਰ ਫਿਰ ਬਹੁਤ ਮਾੜੇ ਬੋਲ ਬਾਬਾ ਬੁੱਢਾ ਸਾਹਿਬ ਜੀ ਨੂੰ ਬੋਲੇ, ਕਿਉਂਕਿ ਅੰਦਰੋਂ ਸੜਿਆ ਪਿਆ ਸੀ। ਸੁਣ ਬੁੱਢੇ ਹਮ ਤੁਝ ਕੋ ਜਾਣੇ, ਗੁਰ ਨਾਨਕ ਸਮ ਮਹਿਮਾ ਮਾਨੇ। ਦੇਖੋ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਪ੍ਰਿਥੀ ਚੰਦ ਦੇ ਪਿਤਾ ਵੀ ਨੇ, ਗੁਰੂ ਵੀ ਨੇ। ਧੰਨ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਈ ਬੁੱਢਾ ਜੀ ਕਹਿੰਦੇ ਨੇ ਔਰ ਪ੍ਰਿਥਿਆ ਕਹਿੰਦਾ ਸੁਣ ਬੁੱਢੇ ਹਮ ਤੁਝ ਕੋ ਜਾਣੇ, ਅਸੀਂ ਤੁਹਾਨੂੰ ਜਾਣਦੇ ਹਾਂ ਕਿ ਤੁਸੀਂ ਧੰਨ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋ, ਉਹਨਾਂ ਤੋਂ ਲੈ ਕੇ ਗੁਰੂ ਘਰ ਦੇ ਵਿੱਚ ਰਹੇ ਹੋ। ਇਸ ਬਿਦ ਆਜ ਤੇਕ ਮਤ ਮੇਰੀ, ਰਹੀ ਨਾ ਅਬ ਸ਼ਰਧਾ ਕ੍ਰਿਤ ਹੇਰੀ। ਤੇ ਕਹਿੰਦੇ ਭਾਈ ਬੁੱਢਾ ਜੀ ਹੁਣ ਤੱਕ ਮੇਰੀ ਸ਼ਰਧਾ ਤੁਹਾਡੇ ਤੇ ਇਸ ਕਰਕੇ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਗੁਰੂ ਘਰ ਦੇ ਸਿੱਖ ਰਹੇ ਹੋ, ਪਰ ਪ੍ਰਿਥਿਆ ਕਹਿੰਦਾ ਅੱਜ ਮੇਰੀ ਤੁਹਾਡੇ ਤੇ ਵੀ ਸ਼ਰਧਾ ਨਹੀਂ ਰਹੀ। ਔਰ ਕਿਮਾ ਕਰਨਾ, ਜਿਵੇਂ ਉਹ ਬੋਲਦਾ ਉਵੇਂ ਆਪਾਂ ਬੋਲ ਹੀ ਨਹੀਂ ਸਕਦੇ, ਉਹ ਤੇ ਤੇਰੀ ਕਰਕੇ ਗੱਲ ਕਰਦਾ ਹੈ ਨਾ ਕਿ ਅੱਜ ਤੁਹਾਡੇ ਤੇ ਸ਼ਰਧਾ ਨਹੀਂ ਰਹੀ। ਉਹ ਬਾਬਾ ਬੁੱਢਾ ਸਾਹਿਬ ਦੇ ਸ਼ਰਧਾ ਹੁੰਦੀ ਰਹਿਣੀ ਵੀ ਕਿੱਥੇ, ਜਿੰਦੇ ਗੁਰੂ ਤੇ ਸ਼ਰਧਾ ਨਹੀਂ ਤੇ ਗੁਰੂ ਦੇ ਸਿੱਖਾਂ ਦੀ ਸ਼ਰਧਾ ਉਹਨੇ ਕਿੱਥੋਂ ਰੱਖਣੀ ਹੈ।
ਰਹਿਓ ਸੰਗ ਸਭ ਹੀ ਸਤਿਗੁਰੂ ਕੈ, ਦੇਖਤ ਰਹਿਓ ਬਿਰਤਾਂਤ ਸੋ ਧੁਰ ਕੈ। ਪ੍ਰਿਥਿਆ ਕਹਿੰਦਾ ਕਿ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਸਾਹਿਬਾਨਾਂ ਦੇ ਨਾਲ ਰਹੇ, ਧੁਰ ਤੋਂ ਲੈ ਕੇ ਗੁਰੂ ਘਰ ਦੇ ਵਿੱਚ ਜੋ ਕੁਝ ਹੁੰਦਾ ਆਇਆ ਤੁਸੀਂ ਵੇਖਦੇ ਰਹੇ। ਮੈਂ ਜੇਸ਼ਟਿਆਰ ਲਾਇਕ ਆਛੇ, ਉਚਿਤ ਹੁਤੇ ਗੁਰਤਾ ਪਿਤ ਪਾਛੇ। ਤੇ ਪ੍ਰਿਥਿਆ ਕਹਿੰਦਾ ਬੁੱਢਾ ਜੀ ਕਿ ਤੁਹਾਨੂੰ ਤਾਂ ਪਤਾ ਸੀ ਨਾ ਮੈਂ ਜੇਸ਼ਟ ਹਾਂ, ਵੱਡਾ ਹਾਂ, ਮੈਂ ਲਾਇਕ ਵੀ ਹਾਂ, ਸਾਰੀ ਸੇਵਾ ਸੰਭਾਲ ਤੇ ਮੈਂ ਹੀ ਕਰਦੇ ਹਾਂ। ਚਾਹੀਦਾ ਤੇ ਸੀ ਗੁਰਤਾ ਗੱਦੀ ਪਿਤਾ ਜੀ ਤੋਂ ਬਾਅਦ ਮੈਨੂੰ ਮਿਲਦੀ, ਪਰ ਕਿਉਂਕਿ ਪ੍ਰਿਥਿਆ ਨੂੰ ਭਾਵੇਂ ਜਾਣਦਾ ਵੀ ਸੀ, ਪਰ ਜਿਹਦੇ ਅੰਦਰ ਹਉਮੈ ਆ ਜਾਏ ਫਿਰ ਉਹ ਉਵੇਂ ਦੀ ਜਾਣਕਾਰੀ ਰੱਖਣਾ ਚਾਹੁੰਦੇ ਕਿ ਪੁੱਤਰ ਦੇ ਧੰਨ ਗੁਰੂ ਨਾਨਕ ਦੇਵ ਜੀ ਦੇ ਵੀ ਸਨ, ਗੁਰੂ ਅੰਗਦ ਦੇਵ ਜੀ ਦੇ ਸਨ, ਗੁਰੂ ਅਮਰਦਾਸ ਜੀ ਦੇ ਸਨ, ਉਹਨਾਂ ਨੂੰ ਤਾਂ ਗੁਰਤਾ ਗੱਦੀ ਮਿਲੀ ਨਹੀਂ। ਹੁਣ ਇਹ ਬਾਬਾ ਬੁੱਢਾ ਸਾਹਿਬ ਨੂੰ ਕਹਿੰਦਾ ਚਾਹੀਦਾ ਸੀ ਮੈਂ ਵੱਡਾ ਹਾਂ, ਗੁਰਤਾ ਗੱਦੀ ਮੈਨੂੰ ਮਿਲਦੀ, ਪਰ ਸੋ ਤੁਮਨੇ ਕਛ ਨਹੀਂ ਵਿਚਾਰਿਓ, ਭਇਓ ਬ੍ਰਿਧ ਕੈ ਬੁੱਧ ਬਲ ਹਾਰਿਓ। ਕਿ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਤੁਸੀਂ ਉਹ ਵਿਚਾਰ ਹੀ ਨਹੀਂ ਕੀਤੀ, ਭਇਓ ਬ੍ਰਿਧ ਕੈ ਬੁੱਧ ਬਲ ਹਾਰਿਓ। ਜਾਂ ਤੇ ਬੁੱਢਾ ਹੋ ਗਿਆ ਤੇ ਜਾਂ ਹੁਣ ਜਿਹੜੀ ਅਕਲ ਹੈ ਉਹ ਕੰਮ ਨਹੀਂ ਤੁਹਾਡੀ ਕਰਦੀ, ਤੁਸੀਂ ਸਮਝਦਾਰੀ ਤੋਂ ਕੰਮ ਨਹੀਂ ਲਿਆ। ਪਿਤ ਤੋਂ ਗੁਰੂ ਨਾਮ ਇੱਕ ਬਣੇ, ਮੈਂ ਵਿਵਹਾਰ ਚਲਾਵਤ ਘਣੇ। ਔਰ ਇੱਥੋਂ ਤੱਕ ਕਹਿ ਦਿੱਤਾ ਕਿ ਬਾਬਾ ਬੁੱਢਾ ਜੀ ਪਿਤਾ ਜੀ ਤੇ ਕੇਵਲ ਨਾਮ ਮਾਤਰ ਦੇ ਗੁਰੂ ਬਣੇ ਨੇ, ਕਿਉਂਕਿ ਕਾਰੋਬਾਰ ਤੇ ਸਾਰਾ ਮੈਂ ਕਰ ਰਿਹਾ, ਕੰਮ ਤੇ ਮੈਂ ਕਰ ਰਿਹਾ, ਸੇਵਾ ਤੇ ਸਾਰੀ ਮੈਂ ਸੰਭਾਲੀ ਹੈ। ਜੇ ਮੈਂ ਨਾ ਹੁੰਦਾ ਤਾਂ ਏਡਾ ਵੱਡਾ ਲੰਗਰ ਇਹ ਪ੍ਰਬੰਧ ਹੋਣਾ ਹੀ ਨਹੀਂ ਸੀ, ਕਿਉਂਕਿ ਭੁਲੇਖਾ ਪੈ ਜਾਂਦਾ, ਸਭ ਨੂੰ ਪੈਂਦਾ ਹੈ। ਸਭ ਬਿਦ ਕੇ ਬੁੱਧ ਤੂੰ ਮਮ ਜਾਣਤ, ਸਭ ਸੰਗਤ ਗੁਰ ਮਹਿ ਅਨੁਮਾਨਤ। ਕਿ ਬਾਬਾ ਬੁੱਢਾ ਜੀ ਭਲੀ ਪ੍ਰਕਾਰ ਤੁਸੀਂ ਸਭ ਤਰ੍ਹਾਂ ਮੇਰੀ ਬੁੱਧ ਨੂੰ ਵੀ ਜਾਣਦੇ ਹੋ, ਸਿਆਣਪ ਨੂੰ ਵੀ ਜਾਣਦੇ ਹੋ, ਔਰ ਸਾਰੀ ਸੰਗਤ ਵੀ ਜਾਣਦੇ ਸੀ ਕਿ ਗੁਰੂ ਮੈਂ ਹੀ ਬਣਨਾ ਹੈ। ਸਭ ਇਹ ਕਿਆਸਦਾਰੇ ਲਾਰੇ ਸਨ ਕਿ ਗੁਰੂ ਪ੍ਰਿਥੀ ਚੰਦ ਹੀ ਬਣੇਗਾ। ਕ੍ਰਿਤ ਅਚਾਨਕ ਇਹ ਕਿਆ ਕੀਨ, ਤੈਂ ਉੱਠ ਤੁਰਤ ਤਿਲਕ ਕਰ ਦੇਨ। ਦੇਖੋ ਜਿਵੇਂ ਰਾਜਨੀਤੀ 'ਚ ਹੁੰਦਾ ਹੈ ਨਾ, ਹਰ ਕੋਈ ਕਹਿੰਦਾ ਕਿ ਮੇਰੀ ਜਿੱਤ ਤੇ ਪੱਕੀ ਹੈ, ਕਈ ਤੇ ਹਾਰਨ ਤੋਂ ਬਾਅਦ ਵੀ ਨਹੀਂ ਮੰਨਦੇ। ਔਰ ਇਵੇਂ ਦੀ ਹਾਲਤ ਪ੍ਰਿਥੀ ਚੰਦ ਦੀ ਹੈ ਕਿ ਸਾਰੇ ਕਹਿੰਦੇ ਸਨ ਗੁਰੂ ਤੇ ਪ੍ਰਿਥੀ ਚੰਦ ਨੇ ਬਣਨਾ ਹੈ, ਪਰ ਇਹ ਅਚਾਨਕ ਤੁਸੀਂ ਕੀ ਕਰ ਦਿੱਤਾ ਕਿ ਉੱਠ ਕੇ ਤਿਲਕ ਤੁਸੀਂ ਆਪ ਗੁਰੂ ਅਰਜਨ ਦੇਵ ਜੀ ਨੂੰ ਲਾ ਦਿੱਤਾ ਹੈ। ਮੈਂ ਨਿਜ ਬਲ ਤੇ ਦਿਓ ਉਲਟਾਏ, ਤੋ ਤੁਮਰੇ ਕਿਆ ਪਤ ਰਹਿ ਜਾਏ। ਹੁਣ ਪ੍ਰਿਥਿਆ ਕਹਿੰਦਾ ਜੇ ਮੈਂ ਆਪਣੀ ਤਾਕਤ ਨਾਲ ਇਹ ਗੁਰਤਾ ਗੱਦੀ ਵਾਲੀ ਬਾਜੀ ਪਲਟ ਦਿਆਂ, ਧੱਕੇ ਨਾਲ ਖੋਹ ਲਵਾਂ, ਤੇ ਬੁੱਢਿਆ ਤੇਰੀ ਕੀ ਇੱਜ਼ਤ ਰਹਿ ਜਾਏਗੀ। ਬਾਬਾ ਬੁੱਢਾ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਬੋਲਦਾ ਹੈ ਕਿ ਫਿਰ ਤੁਹਾਡੇ ਪੱਲੇ ਕੀ ਰਹੇਗਾ। ਆਗੇ ਜ਼ਿਕਰ ਨਾ ਕਬਹੂ ਭਇਓ, ਤੁਰਤ ਅਨੁਚਿਤ ਕਹਾਂ ਕਰਦਾ। ਅੱਗੇ ਤੇ ਕਦੇ ਅਰਜਨ ਦੇਵ ਜੀ ਦਾ ਜ਼ਿਕਰ ਵੀ ਨਹੀਂ ਹੋਇਆ ਕਿ ਗੁਰਤਾ ਗੱਦੀ ਕਦੇ ਇਹਨਾਂ ਨੂੰ ਮਿਲ ਵੀ ਸਕਦੀ ਹੈ, ਪਰ ਦੇਖੋ ਤੁਸੀਂ ਅਚਾਨਕ ਹੀ ਇਹ ਕਿਹੜਾ ਅਨੁਚਿਤ ਕੰਮ ਕਰ ਦਿੱਤਾ, ਉਲਟਾ ਕੰਮ ਕਰ ਦਿੱਤਾ, ਹੋਣਾ ਤੇ ਨਹੀਂ ਸੀ ਚਾਹੀਦਾ। ਜੇ ਪਿਤਰਿਸ ਕਰਕੇ ਇਮਠਾਨੀ, ਰੀਤ ਅਨੁਚਿਤ ਕਰਨ ਕੋ ਮਾਨੀ। ਪ੍ਰਿਥਿਆ ਕਹਿੰਦਾ ਬਾਬਾ ਬੁੱਢਾ ਜੀ ਜੇ ਗੁਰੂ ਸਾਹਿਬ ਜੀ ਗੁੱਸੇ ਵਿੱਚ ਸਨ, ਚਲੋ ਮੇਰੇ ਤੋਂ ਗੁੱਸੇ ਹੋ ਗਏ ਸਨ, ਗੁੱਸੇ ਹੋ ਕੇ ਇਹਦਾ ਕੰਮ ਕਰ ਦਿੱਤਾ, ਤੇ ਤੁਸੀਂ ਤਾਂ ਸਮਝਾ ਸਕਦੇ ਸੀ ਨਾ, ਤੁਸੀਂ ਤਾਂ ਤਿਲਕ ਨਹੀਂ ਸੀ ਲਾਉਣਾ, ਤੁਸੀਂ ਤਾਂ ਮੱਥਾ ਨਹੀਂ ਸੀ ਟੇਕਣਾ। ਤੋ ਤੁਮ ਹੋ ਕੋ ਲਾਇਕ ਹੁਤੀ, ਸਮਝਾਵਣ ਕਹਿ ਕੈ ਸੁਭ ਮਤੀ। ਤੇ ਤੁਹਾਡੇ ਵਾਸਤੇ ਸਿਆਣਪ ਦੀ ਗੱਲ ਤੇ ਇਹੀ ਸੀ ਕਿ ਤੁਸੀਂ ਗੁਰੂ ਜੀ ਨੂੰ ਸਮਝਾਉਂਦੇ। ਇਹਦਾ ਮਤਲਬ ਕਿ ਗੁਰੂ ਸਾਹਿਬ ਨੂੰ ਸਮਝ ਨਹੀਂ। ਪ੍ਰਿਥਿਆ ਕਹਿੰਦਾ ਕਿ ਤੁਸੀਂ ਸਮਝਾ ਦਿੰਦੇ, ਪਰ ਗੁਰੂ ਸਾਹਿਬ ਦੀ ਬਾਣੀ ਵੀ ਭੁੱਲ ਗਿਆ, ਸਿਧਾਂਤ ਵੀ ਭੁੱਲ ਗਿਆ ਕਿ ਭਲਿਆ ਸਾਰੀ ਦੁਨੀਆ ਭੁੱਲ ਸਕਦੀ ਹੈ। ਤੇਰੇ ਵਰੇ ਭੁਲੱਕੜ ਬਹੁਤ ਨੇ ਦੁਨੀਆ ਦੇ ਵਿੱਚ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਨਹੀਂ ਭੁੱਲਦਾ ਹੁੰਦਾ ਭਾਈ। ਵੱਡ ਸੁੱਤ ਕੋ ਹੈ ਇਹ ਅਧਿਕਾਰਾ, ਪੁਨ ਸਭ ਬਿਦ ਲਾਇਕ ਨਿਰਧਾਰਾ।
ਤੇ ਪ੍ਰਿਥਿਆ ਕਹਿੰਦਾ ਬਾਬਾ ਬੁੱਢਾ ਸਾਹਿਬ ਜੀ ਸਾਰੀ ਦੁਨੀਆ ਕਹਿੰਦੀ ਹੈ ਕਿ ਵੱਡੇ ਪੁੱਤਰ ਦਾ ਅਧਿਕਾਰ ਹੈ, ਤੇ ਫਿਰ ਮੈਂ ਸਾਰੀ ਤਰ੍ਹਾਂ ਦੇ ਨਾਲ ਲਾਇਕ ਵੀ ਤੇ ਹਾਂ, ਹੁਸ਼ਿਆਰ ਵੀ ਹਾਂ। ਔਰ ਇਹਦੇ ਵਿੱਚ ਸ਼ੱਕ ਕੋਈ ਨਹੀਂ, ਹੁਸ਼ਿਆਰ ਤੇ ਬਹੁਤ ਹੈ ਔਰ ਹੱਦ ਤੋਂ ਜ਼ਿਆਦਾ ਹੈ, ਪਰ ਸਿਰਫ ਰੁਪਈਏ ਪੈਸੇ ਕਿਵੇਂ ਲੁਕਾਉਣੇ ਨੇ, ਕਿਵੇਂ ਕਿਸੇ ਤੋਂ ਕਢਾਉਣੇ ਨੇ, ਹੁਸ਼ਿਆਰੀ ਸਾਰੀ ਉੱਧਰ ਹੈ। ਔਰ ਹੁਸ਼ਿਆਰੀਆਂ ਤੇ ਸਿਆਣਪਾਂ ਨਾਲ ਗੁਰੂ ਨਹੀਂ ਮਿਲਦੇ ਹੁੰਦੇ। ਪਿੱਤ ਕੇ ਹੋਵਤ ਸਭ ਵਿਵਹਾਰਾ, ਕਰੇ ਸੰਭਾਰਣ ਸੋ ਮਤ ਉਧਾਰਾ। ਪ੍ਰਿਥਿਆ ਕਹਿੰਦਾ ਕਿ ਬਾਬਾ ਜੀ ਪਿਤਾ ਦੇ ਹੁੰਦਿਆਂ ਸੁਣਦਿਆਂ ਸਾਰਾ ਕਾਰੋਬਾਰ ਜਿਹੜਾ ਉਹ ਮੈਂ ਸਮਝਦਾ ਰਿਹਾ। ਪਿਤਾ ਜੀ ਨੂੰ ਪਤਾ ਹੀ ਨਹੀਂ, ਉਹ ਤੇ ਨਾਂ ਦੇ ਗੁਰੂ ਬਣੇ ਨੇ ਕਿ ਕੰਮ ਕਿਵੇਂ ਚੱਲਦਾ ਹੈ, ਕਿਵੇਂ ਕਰਨਾ, ਉਹਨਾਂ ਨੂੰ ਕੁਝ ਨਹੀਂ ਪਤਾ। ਇਤਿਆਦਿਕ ਕਹਿ ਕਰ ਸਮਝਾਵਤ, ਗੁਰਤਾ ਲਗੋ ਸੁਤ ਤੇ ਬਰਜਾਵਤ। ਕਿ ਬੁੱਢਾ ਜੀ ਤੁਸੀਂ ਇਤਿਆਦਿਕ ਕਿਵੇਂ ਦੀਆਂ ਗੱਲਾਂ ਕਹਿ ਕੇ ਸਮਝਾਉਣਾ ਸੀ, ਛੋਟੇ ਭਰਾ ਨੂੰ ਗੁਰਤਾ ਗੱਦੀ ਦੇਣ ਤੋਂ ਰੋਕਣਾ ਸੀ। ਤੁਮ ਕੋ ਉਚਿਤ ਹੁਤੇ ਇਹ ਰੀਤ, ਤੋ ਸਿਆਣੋ ਸਮਝਤ ਸਭ ਚੀਤ। ਕਿ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਵਾਸਤੇ ਉਚਿਤ ਇਹੀ ਸੀ, ਤਾਂ ਤੁਹਾਨੂੰ ਸਾਰੇ ਸਿਆਣਾ ਸਮਝਦੇ। ਹੁਣ ਤੂੰ ਨਾ ਸਮਝੇ ਤੇ ਇਹਦਾ ਮਤਲਬ ਇਹ ਥੋੜ੍ਹੀ ਕਿ ਬਾਬਾ ਬੁੱਢਾ ਸਾਹਿਬ ਜੀ ਸਿਆਣੇ ਨਹੀਂ, ਕਿਉਂਕਿ ਪ੍ਰਿਥੀ ਚੰਦ ਸਮਝਦਾ ਮੈਂ ਸਭ ਤੋਂ ਸਿਆਣਾ ਹਾਂ, ਤੇ ਜੇ ਤੁਸੀਂ ਇਵੇਂ ਮੇਰੇ ਕਹੇ ਦੇ ਮੁਤਾਬਕ ਕਰਦੇ ਤਾਂ ਦੁਨੀਆ ਦੇ ਲੋਕਾਂ ਨੇ ਤੁਹਾਨੂੰ ਸਿਆਣਾ ਕਹਿਣਾ ਸੀ। ਤੋ ਸੋ ਤੋ ਬਾਤ ਨ ਕੀਨਿ ਨਿੱਕਾ, ਤੈਂ ਉੱਠ ਦੇਣ ਤੁਰਤ ਹੀ ਟਿੱਕਾ। ਪਰ ਉਹ ਗੱਲ ਤੁਸੀਂ ਚੰਗੀ ਕੀਤੀ ਨਹੀਂ, ਤੁਸੀਂ ਤਾਂ ਉੱਠ ਕੇ ਉਸੇ ਵੇਲੇ ਟਿੱਕਾ ਦੇ ਦਿੱਤਾ। ਤੂੰ ਕ੍ਰਿਤ ਕੋ ਕਿਆ ਨਿੰਦਾ ਨਾਹੀ, ਜੇ ਸਿੱਖ ਸਿਆਣੇ ਸੰਗਤ ਮਾਹੀ। ਤੇ ਪ੍ਰਿਥਿਆ ਕਹਿੰਦਾ ਜਿਹੜੇ ਸਿਆਣੇ ਸਿੱਖ ਨੇ ਸੰਗਤ ਵਿੱਚ, ਕਿ ਬਾਬਾ ਬੁੱਢਾ ਜੀ ਤੁਹਾਡੇ ਇਸ ਕੰਮ ਨੂੰ ਕਿਉਂ ਨਿੰਦਿਆ ਨਹੀਂ ਕਰਦੇ ਹੋਣੇ, ਤੁਹਾਡੀ ਵੀ ਨਿੰਦਿਆ ਕਰਦੇ ਨੇ ਕਿ ਤੁਸੀਂ ਕੰਮ ਚੰਗਾ ਨਹੀਂ ਕੀਤਾ। ਦੇਖ ਲਏ ਤੁਮਰੇ ਕਰਤੂਤ, ਕਹਿਤ ਸੁਮਤ ਜੁਤ ਕੀਨ ਕਸੂਤ। ਹੁਣ ਪ੍ਰਿਥਿਆ ਕਹਿੰਦਾ ਕਿ ਤੁਹਾਡੀ ਕਰਤੂਤ ਵੀ ਵੇਖ ਲਈ ਹੈ, ਲੋਕੇ ਤੁਹਾਨੂੰ ਅਕਲਮੰਦ ਸਿਆਣਾ ਨਹੀਂ ਕਹਿੰਦੇ, ਅਕਲਮੰਦੀ ਨਹੀਂ ਕਹਿੰਦੇ। ਅਬ ਮੈਂ ਕਰਹੂੰ ਨਿਤ ਉਤਸਾਹੂ, ਛੀਨ ਲਿਹੂੰ ਗਾਦੇ ਤਿਸ ਪਾਹੂ। ਪ੍ਰਿਥਿਆ ਕਹਿੰਦਾ ਕਿ ਤੁਸੀਂ ਤੇ ਨਹੀਂ ਠੀਕ ਕੰਮ ਕੀਤਾ, ਪਰ ਦੇਖੋ ਹੁਣ ਮੈਂ ਜਿਹੜੀ ਜ਼ੋਰ ਅਜ਼ਮਾਇਸ਼ ਕਰਾਂਗਾ ਨਾ, ਧੱਕੇ ਦੇ ਨਾਲ ਗੁਰਤਾ ਗੱਦੀ ਖੂਵਾਂਗਾ। ਦਰਬ ਬਰਿੰਦ ਖਰਚਣ ਕਰ ਲੈ ਹੂੰ, ਸਭ ਕੇ ਕਰੇ ਉਲਟ ਅਬ ਦੈ ਹੂੰ। ਧਨ ਪਦਾਰਥ ਖਰਚ ਕੇ ਮੇਰੇ ਕੋਲ ਰੁਪਈਆ, ਕਿਉਂਕਿ ਇਕੱਠੇ ਇਸੇ ਕਰਕੇ ਕੀਤਾ ਹੈ, ਇਹ ਸਮਝਦਾ ਰੁਪਈਆ ਖਰਚ ਕੇ ਮੈਂ ਇਹ ਗੁਰਤਾ ਗੱਦੀ ਲੈ ਲਵਾਂਗਾ, ਸਿੱਖਾਂ ਦੇ ਵਿੱਚ ਵੰਡਾਂਗਾ, ਉਹਨਾਂ ਨੂੰ ਆਪਣੇ ਪੱਖੀ ਕਰਾਂਗਾ, ਮੈਂ ਕਹਾਣੀ ਜਿਹੜੀ ਬਦਲ ਕੇ ਰੱਖ ਦਿਆਂਗਾ। ਬ੍ਰਿਧ ਕਹਿਓ ਰਸ ਕਿਉਂ ਉਰ ਕਰੈ, ਪਿਤ ਸੇਵਾ ਮਹਿ ਨਹਿ ਹਿਤ ਧਰੈ। ਔਰ ਬਾਬਾ ਬੁੱਢਾ ਸਾਹਿਬ ਜੀ ਐ ਨਿਮਰਤਾ ਦੇ ਘਰ ਨੇ, ਬੜੇ ਪਿਆਰ ਨਾਲ ਕਹਿੰਦੇ ਨੇ, ਕਹਿੰਦੇ ਪ੍ਰਿਥੀ ਚੰਦ ਕਿ ਭਾਈ ਗੁੱਸਾ ਕਿਉਂ ਕਰਨਾ ਹੈ, ਸੱਚ ਤੇ ਇਹ ਹੈ ਕਿ ਗੁਰੂ ਪਿਤਾ ਦੀ ਤੁਸੀਂ ਸੇਵਾ ਹਿੱਤ ਕਰਕੇ ਕੀਤੀ ਨਹੀਂ, ਸੇਵਾ ਤੇ ਧਨ ਦੇ ਕੀਤੀ, ਸੇਵਾ ਤੇ ਪੈਸੇ ਦੇ ਕੀਤੀ, ਕਿ ਕਿਵੇਂ ਸੇਵਾ ਕਰਨ ਤੇ ਪੈਸਾ ਆਵੇ। ਰਿਜੇ ਬਿਨਾ ਕਹਿ ਤੁਝ ਦੇ ਹੈ, ਜੇ ਕਰ ਲਾਇਕ ਕੋ ਪਿਖ ਲੈ ਹੈ। ਤੇ ਜੇ ਗੁਰੂ ਪਿਤਾ ਦੀ ਸੇਵਾ ਕਰਦੇ ਹੋ ਸਕਦਾ ਰੀਝ ਜਾਂਦੇ, ਜੇ ਗੁਰੂ ਪ੍ਰਸੰਨ ਨਹੀਂ ਤੇ ਫਿਰ ਗੁਰਤਾ ਗੱਦੀ ਕਿਵੇਂ ਦੇ ਦਿੰਦੇ। ਕਰੈ ਬਖੇਲੇ ਹੱਥ ਨ ਆਵੈ, ਕਰੇ ਨਮਰਤਾ ਬੰਛਤ ਪਾਵੈ। ਬਾਬਾ ਬੁੱਢਾ ਸਾਹਿਬ ਜੀ ਫਿਰ ਸਮਝਾਉਂਦੇ ਨੇ, ਪ੍ਰਿਥੀ ਚੰਦ ਦੇਖ ਬਖੀਲੀ ਕੀਤਿਆਂ, ਚੁਗਲੀ ਕੀਤਿਆਂ, ਨਿੰਦਾ ਕੀਤਿਆਂ, ਕਿਸੇ ਨੂੰ ਮਾੜਾ ਕਿਹਾ ਹੱਥ ਕੁਝ ਨਹੀਂ ਆਉਂਦਾ, ਇਵੇਂ ਕੁਝ ਨਹੀਂ ਹੱਥ ਵਿੱਚ ਆਉਣਾ। ਪਿਤ ਕੋ ਕਹਿਓ ਨਾ ਮਾਨਿਓ ਨਿੱਕਾ, ਜਾਂ ਤੇ ਨਹੀਂ ਭਇਓ ਤੁਵ ਟਿੱਕਾ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਪ੍ਰਿਥੀ ਚੰਦ ਸੱਚ ਹੀ ਹੈ ਕਿ ਗੁਰੂ ਪਿਤਾ ਦੇ ਕਹੇ ਹੋਏ ਨੂੰ ਤੁਸੀਂ ਠੀਕ ਮੰਨੇ ਹੀ ਨਹੀਂ, ਠੀਕ ਸਮਝੇ ਹੀ ਨਹੀਂ। ਇਹ ਗੁਰਤਾ ਗੱਦੀ ਜਦ ਟਿੱਕਾ ਤੁਹਾਨੂੰ ਜੇ ਨਹੀਂ ਮਿਲਿਆ ਤਾਂ ਹੀ ਨਹੀਂ ਮਿਲਿਆ। ਗੁਰੂ ਪੁੱਤਰ ਤੁਮ ਬੜੇ ਬੜਾਈ, ਮਾਨਣੀਏ ਕਿਆ ਹੱਥ ਨ ਆਈ। ਬਾਬਾ ਬੁੱਢਾ ਸਾਹਿਬ ਜੀ ਫਿਰ ਸਮਝਾਉਂਦੇ ਨੇ ਕਿ ਪ੍ਰਿਥੀ ਚੰਦ ਤੁਸੀਂ ਗੁਰੂ ਪੁੱਤਰ ਹੋ, ਤੇ ਗੁਰੂ ਪੁੱਤਰਾਂ ਦਾ ਬੜਾ ਸਨਮਾਨ ਹੁੰਦਾ ਹੈ।
ਜੇ ਗੁਰਤਾ ਗੱਦੀ ਨਹੀਂ ਮਿਲਿਆ ਤਾਂ ਕਿਉਂ ਹੋਇਆ? ਗੁਰੂ ਪੁੱਤਰ ਕਰਕੇ ਤੇ ਵਡਿਆਈ ਤੁਹਾਨੂੰ ਮਿਲੀ ਹੈ ਨਾ। ਤੇ ਆਪਣੀ ਵਡਿਆਈ, ਆਪਣੀ ਇੱਜ਼ਤ ਤੁਸੀਂ ਆਪ ਕਰਨੀ ਹੈ। ਕ੍ਰੋਧ ਬਖਾਦ ਛੋੜ ਸੁਖ ਪਾਵੋ, ਪਿਤਾ ਕਰੇ ਤਿਮ ਉਰ ਹਰ ਖਾਵੋ। ਤੇ ਜੇ ਇਹ ਵਡਿਆਈ, ਇਹ ਇੱਜ਼ਤ ਪ੍ਰਿਥੀ ਚੰਦ ਹਜੇ ਵੀ ਤੂੰ ਲੈਣੀ ਚਾਹੁੰਦਾ ਹੈ ਨਾ, ਗੁੱਸਾ ਛੱਡ ਦੇ, ਝਗੜਾ ਛੱਡ ਦੇ, ਗੁਰੂ ਪਿਤਾ ਦੇ ਅਨੁਸਾਰ ਹੁਣ ਵੀ ਹੋ ਜਾ, ਆਪਣੀ ਗਲਤੀ ਹੁਣ ਵੀ ਮੰਨ ਲੈ, ਖੁਸ਼ ਰਹੇਗਾ। ਦੀਨ ਦੁਨੀ ਕੋ ਮਾਲ ਕਿਆ ਹੈ, ਤਿੰਨ ਸਨਮੁਖ ਕੋ ਉੱਤਰ ਕਹਿ। ਕਿ ਪ੍ਰਿਥੀ ਚੰਦ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹ ਦੀਨ ਦੁਨੀਆ ਦੇ ਮਾਲਕ ਨੇ। ਦੇਖੋ ਉਹਨਾਂ ਦੇ ਸਾਹਮਣੇ ਖਲੋ ਕੇ ਜੇ ਤੂੰ ਉੱਤਰ ਦਵੇਂ, ਅੱਗੋਂ ਕਵੇਂ ਕਿ ਇਹਨਾਂ ਨੂੰ ਸਮਝਾਉਣਾ, ਇਹਨਾਂ ਨੂੰ ਸਮਝ ਨਹੀਂ, ਤੇ ਫਿਰ ਇਹ ਵਡਿਆਈਆਂ ਮਿਲਦੀਆਂ ਨਹੀਂ। ਇਮ ਕਹਿ ਬ੍ਰਿਧ ਮੁਖ ਧਾਰੀ ਮੌਣ, ਪ੍ਰਿਥਿਆ ਜਾਏ ਪ੍ਰਵਿਸਿਓ ਭਉਣ। ਇਹ ਕਹਿ ਕੇ ਬਾਬਾ ਬੁੱਢਾ ਸਾਹਿਬ ਤੇ ਚੁੱਪ ਹੋ ਗਏ। ਔਰ ਪ੍ਰਿਥਿਆ ਗੁੱਸੇ ਵਿੱਚ ਜੋ ਮੂੰਹ ਚ ਆਇਆ ਬੋਲਦਾ ਹੋਇਆ ਘਰ ਨੂੰ ਚਲਾ ਗਿਆ। ਗਿਰਾ ਕਠੋਰ ਕਹਿ ਤੇਰੇ ਸਤਾਰੇ, ਪਿੱਤ ਕੇ ਨਿਕਟ ਗਇਓ ਦੁਖ ਭਾਰੇ। ਉੱਚਾ ਉੱਚਾ ਬੋਲਦਾ ਹੋਇਆ ਜਿੱਥੇ ਬਾਬਾ ਬੁੱਢਾ ਸਾਹਿਬ ਨੂੰ ਗਲਤ ਬੋਲਿਆ, ਗੁਰੂ ਪਿਤਾ ਨੂੰ ਗਲਤ ਬੋਲਿਆ, ਧੰਨ ਗੁਰੂ ਅਰਜਨ ਦੇਵ ਜੀ ਬਾਰੇ ਬਹੁਤ ਕੁਝ ਬੋਲਿਆ, ਇਹ ਘਰ ਚਲਾ ਗਿਆ ਹੈ। ਮੁਖ ਤੇ ਕਹਿਣ ਲਾਗ ਕਟਬਾਨੀ, ਕਿਆ ਵਿਪਰੀਤ ਆਪਣੇ ਠਾਨੀ। ਉੱਚਾ ਉੱਚਾ ਬੋਲਦਾ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਨੂੰ ਸੁਣਾਉਂਦਾ ਹੈ, ਉੱਥੇ ਧੰਨ ਗੁਰੂ ਰਾਮਦਾਸ ਜੀ ਨੂੰ ਸੁਣਾਉਂਦਾ ਹੈ ਕਿ ਇਹ ਤੁਸੀਂ ਕਿਹੜੀ ਉਲਟੀ ਕਹਾਣੀ ਕਰ ਦਿੱਤੀ, ਕਿਹੜੀ ਰੀਤ ਚਲਾ ਦਿੱਤੀ। ਮੇਰੇ ਵਸਤੂ ਅਲਪ ਕੋ ਦਈ, ਕੋ ਇਮ ਕਰਹੇ ਨਾ ਆਗੇ ਭਾਈ। ਕਿ ਜਿਹੜੀ ਮੇਰੀ ਵਸਤੂ ਸੀ, ਮੇਰੀ ਚੀਜ਼ ਸੀ, ਗੁਰਤਾ ਗੱਦੀ ਨੂੰ ਆਪਣੀ ਚੀਜ਼ ਸਮਝਦਾ ਹੈ ਕਿ ਇਹ ਤੁਸੀਂ ਛੋਟੇ ਨੂੰ ਦੇ ਦਿੱਤੀ। ਇਵੇਂ ਅੱਜ ਤੱਕ ਪਹਿਲੋਂ ਕਦੀ ਨਹੀਂ ਹੋਈ ਕਿ ਜਿਹੜਾ ਹੱਕ ਵੱਡੇ ਤੋਂ ਵੱਡੇ ਨੂੰ ਮਿਲਣਾ ਚਾਹੀਦਾ ਹੈ। ਮੋਹ ਸੰਗ ਖੋਟ ਜਾਣ ਕੈ ਕਰਿਓ, ਕੌਣ ਦੋਸ਼ ਲੱਗ ਕੈ ਪਰ ਹਰਿਓ। ਧੰਨ ਗੁਰੂ ਰਾਮਦਾਸ ਜੀ ਨੂੰ ਉੱਚੀ ਉੱਚੀ ਸੁਣਾ ਕੇ ਕਹਿੰਦਾ ਹੈ ਕਿ ਪਿਤਾ ਜੀ ਤੁਸੀਂ ਜਾਣ ਬੁੱਝ ਕੇ ਮੇਰੇ ਨਾਲ ਖੋਟ ਕੀਤੀ ਹੈ। ਹੁਣ ਦੇਖੋ ਬੋਲ ਕਿੰਨੇ ਸਖਤ ਨੇ, ਗੁਰੂ ਨੂੰ ਖੋਟਾ ਕਹਿ ਰਿਹਾ ਹੈ ਕਿ ਤੁਸੀਂ ਖੋਟ ਕੀਤੀ ਹੈ, ਤੁਸੀਂ ਜਾਣ ਕੇ ਮੇਰੇ ਵਿੱਚ ਦੋਸ਼ ਕੱਢਿਆ ਹੈ, ਮੈਨੂੰ ਚੋਰ ਬਣਾਇਆ ਹੈ। ਜਿਸ ਪ੍ਰਕਾਰ ਤੁਮ ਮੁਝ ਸੋ ਠਾਨੀ, ਇਸ ਕੋ ਫਲ ਦੇਖੋ ਅਗਵਾਨੀ। ਤੇ ਧੰਨ ਗੁਰੂ ਰਾਮਦਾਸ ਜੀ ਨੂੰ ਸੁਣਾ ਕੇ ਕਹਿੰਦਾ ਜਿਵੇਂ ਦਾ ਤੁਸੀਂ ਮੇਰੇ ਨਾਲ ਕੀਤਾ ਨਾ, ਤੁਸੀਂ ਵੇਖਦੇ ਜਾਇਓ ਅੱਗੇ ਜਾ ਕੇ ਉਹਦਾ ਫਲ ਕੀ ਮਿਲਦਾ ਹੈ, ਕਿ ਮੈਂ ਚੁੱਪ ਕਰਕੇ ਨਹੀਂ ਬੈਠਣਾ। ਦਰਬ ਬਰਿੰਦਿਆ ਮੋਹੇ ਸਮੀਪ, ਮਿਲਹੁ ਬਲੇ ਸੋ ਹੋਏ ਮਹੀਪ। ਕਿਉਂਕਿ ਦਰਬ ਬਰਿੰਦ ਅਬ ਮੋਹੇ ਸਮੀਪ, ਰੁਪਈਆ ਪੈਸਾ ਹੁਣ ਮੇਰੇ ਕੋਲ ਬੜਾ ਹੈ, ਕਿਉਂਕਿ ਸਾਰੇ ਇਕੱਠਾ ਘਰ ਵਿੱਚ ਕੀਤਾ ਸੀ। ਵੱਡੇ ਵੱਡੇ ਬਲੀਆਂ ਨੂੰ ਮਿਲਾਂਗਾ, ਸੂਰਮਿਆਂ ਨੂੰ ਮਿਲਾਂਗਾ, ਅਮੀਰਾਂ ਨੂੰ ਮਿਲਾਂਗਾ, ਵਜ਼ੀਰਾਂ ਨੂੰ ਮਿਲਾਂਗਾ, ਰਿਸ਼ਵਤ ਦਿਆਂਗਾ, ਪਰ ਇਹ ਗੁਰਤਾ ਗੱਦੀ ਹੁਣ ਮੈਂ ਧੱਕੇ ਨਾਲ ਲਵਾਂਗਾ। ਦੇ ਕਰ ਧਨ ਕੋ ਤਿਸ ਅਪਨਾਵੋ, ਪਿਤ ਸੁਤ ਤੁਮ ਕੋ ਕਸ਼ਟ ਦਿਖਾਵੋ। ਤੇ ਨਾਲ ਹੀ ਧੰਨ ਗੁਰੂ ਅਰਜਨ ਦੇਵ ਜੀ ਨੂੰ ਸੁਣਾ ਕੇ ਕਹਿੰਦਾ ਹੈ ਕਿ ਮੈਂ ਤੇ ਰੁਪਈਆ ਪੈਸਾ ਦੇ ਕੇ ਅਮੀਰਾਂ ਵਜ਼ੀਰਾਂ ਨੂੰ ਖਰੀਦ ਕੇ ਦੇ ਕਰ ਧਨ ਕੋ ਤਿਸ ਅਪਨਾਵੋ, ਇਸ ਗੱਦੀ ਨੂੰ ਅਪਣਾ ਲੈਣਾ ਹੈ। ਤੇ ਸਣੇ ਪਿਤਾ ਅਰਜਨ ਦੇਵ ਦੇਖੋ ਤੈਨੂੰ ਵੀ ਦੁੱਖ ਦਿਖਾਵਾਂਗਾ। ਜਬ ਤੁਮਰੋ ਬਸ ਚਲੇ ਨਾ ਕੋਈ, ਬਿਨਾ ਕਰੇ ਗੁਰਤਾ ਮੁਝ ਹੋਈ। ਕਿ ਜਦੋਂ ਫਿਰ ਤੇਰਾ ਕੋਈ ਵਸ ਨਾ ਚੱਲਿਆ, ਗੁਰਤਾ ਗੱਦੀ ਆਪੇ ਛੱਡ ਕੇ ਪਰਾ ਹੋਣਾ ਪੈਣਾ, ਗੁਰਤਾ ਗੱਦੀ ਮੇਰੀ ਆਪੇ ਹੋ ਜਾਣੀ ਹੈ। ਇਤਿਆਦਿਕ ਝਗੜਾ ਬਹੁ ਠਾਨਿਓ, ਤਿਸ ਪਰ ਸ੍ਰੀ ਗੁਰ ਸ਼ਬਦ ਬਖਾਨਿਓ। ਕਹਿੰਦੇ ਇਤਿਆਦਿਕ ਨੇ ਬੜਾ ਝਗੜਾ ਕੀਤਾ, ਬੜਾ ਜਿੰਨਾ ਗਲਤ ਕਹੀਏ ਕਿ ਉਹਨਾਂ ਗਲਤ ਬੋਲਿਆ। ਔਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉੱਥੇ ਸ਼ਬਦ ਉਚਾਰਨ ਕੀਤਾ ਪ੍ਰਿਥੀ ਚੰਦ ਨੂੰ ਸੁਣਾਉਂਦਿਆਂ। ਸ੍ਰੀ ਮੁਖਵਾਕ ਸਾਰੰਗ ਮਹਲਾ ਚੌਥਾ, ਘਰ ਦੂਜਾ, ਦੋ ਪਦਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਰੰਗ ਰਾਗ ਦੇ ਵਿੱਚ ਤੀਜਾ ਘਰ ਤੇ ਦੋ ਪਦਿਆਂ ਦਾ ਸ਼ਬਦ ਹੈ।
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਿਥੀ ਚੰਦ ਨੂੰ ਮੁਖਾਤਬ ਹੋ ਕੇ ਲਿਖਦੇ ਨੇ, ਉਚਾਰਨ ਕਰਦੇ ਨੇ, ਕਹਿੰਦੇ ਕਾਹੇ ਪੂਤ ਝਗਰਤ ਹਉ ਸੰਗ ਬਾਪ, ਕਿ ਪੁੱਤਰਾ ਮੈਂ ਤੇਰਾ ਪਿਓ ਹਾਂ। ਗੁਰੂ ਨਹੀਂ ਸਮਝਿਆ, ਉਸ ਗੱਲ ਨੂੰ ਨਹੀਂ ਜਾਣਿਆ, ਘੱਟੋ ਘੱਟ ਇਹਨਾਂ ਤੇ ਖਿਆਲ ਕਰ ਲੈਂਦਾ ਕਿ ਮੈਂ ਤੇਰਾ ਬਾਪ ਹਾਂ ਤੇ ਕਿਉਂ ਝਗੜਾ ਕਰਨਾ ਹੈ। ਜਿਨ ਕੇ ਜਣੇ ਵਡੇਰੇ ਤੁਮ ਹੋ ਤਿਨ ਸਿਉ ਝਗਰਤ ਪਾਪ। ਔਰ ਪਿਓ ਕੋਈ ਵੀ ਹੋਵੇ, ਮਾਂ ਪਿਓ ਜਿਹੜੇ ਨੇ ਜਨਮ ਦਿੱਤਾ ਭਾਈ ਪੁੱਤਰਾ, ਉਹਦੇ ਨਾਲ ਝਗੜਨਾ, ਲੜਨਾ, ਉੱਚਾ ਬੋਲਣਾ ਬੜਾ ਵੱਡਾ ਪਾਪ ਹੈ। ਪੂਰੀ ਸਿੱਖਿਆ ਸਾਡੇ ਸਾਰੇ ਵਾਸਤੇ ਹੈ, ਪਰ ਇਹ ਸਮਝ ਸਾਨੂੰ ਲੱਗੇ ਘੱਟ ਜਾ, ਅਸੀਂ ਸਮਝਣਾ ਚਾਹੀਏ। ਖੈਰ ਸਤਿਗੁਰੂ ਜੀ ਕਿਰਪਾ ਕਰਦੇ ਨੇ। ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੇ ਨਾ ਆਪ। ਕਿ ਪੁੱਤਰ ਜਿਹੜੇ ਧਨ ਦਾ ਤੂੰ ਹੰਕਾਰ ਕਰਨਾ ਨਾ, ਮੇਰੇ ਕੋਲ ਰੁਪਈਆ ਪੈਸਾ ਬੜਾ, ਇਹ ਧਨ ਅੱਜ ਤੱਕ ਕਦੇ ਕਿਸੇ ਦਾ ਨਹੀਂ ਹੋਇਆ। ਇਸ ਨੂੰ ਗੁਰੂ ਸਾਹਿਬ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਸਨ, ਰੁਪਈਆ ਜਿੰਨਾ ਮਰਜ਼ੀ ਹੋਵੇ, ਬੈਂਕ ਭਰੇ ਹੋਣ, ਤਹਿਖਾਨੇ ਭਰੇ ਹੋਣ, ਔਰ ਨੋਟ ਕਿੰਨੇ ਕੁ ਪਏ ਹੁੰਦੇ ਨੇ। ਇਹ ਅੱਜ ਕੱਲ੍ਹ ਸਾਨੂੰ ਖਬਰਾਂ 'ਚ ਬੜਾ ਕੁਝ ਵੇਖਣ ਨੂੰ ਮਿਲਦਾ ਹੈ। ਇੰਨੇ ਨੋਟ ਗਿਣਨ ਵਾਸਤੇ ਕਈ ਮਸ਼ੀਨਾਂ ਆ ਜਾਂਦੀਆਂ ਨੇ। ਪਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਜਿੱਦਣ ਤੂੰ ਮਰ ਗਿਆ ਨਾ ਇਹਨਾਂ ਰੁਪਈਆਂ ਨੇ ਵੈਣ ਪਾਉਣੇ ਨੇ, ਨਾ ਕੋਠੀਆਂ ਨੇ ਰੋਣਾ ਹੈ। ਖਸਮ ਮਰੇ ਤੋਂ ਨਾਰ ਨਾ ਰੋਵੇ। ਉਹ ਨਾਰ ਰੁਪਈਆ ਪੈਸਾ ਹੀ ਹੈ, ਤੇ ਕਿਉਂ ਨਹੀਂ ਰੋਂਦੀ? ਕਿਉਂਕਿ ਉਸ ਰਖਵਾਰੋ ਔਰੋ ਹੋਵੇ, ਉਹਨੂੰ ਰੋਣ ਦੀ ਕੀ ਲੋੜ ਹੈ। ਇੱਕ ਮਰੇਗਾ, ਅੱਗੇ ਦੋ ਪੁੱਤਰ ਹੋਣੇ ਨੇ, ਧੀਆਂ ਹੋਣੀਆਂ ਨੇ, ਅੱਗੇ ਉਹਦੇ ਖਸਮ ਮਾਲਕ ਬੜੇ ਬਣ ਜਾਣੇ ਨੇ। ਇਹ ਰੁਪਈਆ ਅੱਜ ਤੱਕ ਕਿਸੇ ਦਾ ਨਹੀਂ ਹੋਇਆ ਪੁੱਤਰ, ਜਿਹਦੇ ਕਰਕੇ ਤੂੰ ਹੰਕਾਰ ਕਰਨਾ ਨਾ, ਇੰਨਾ ਪੈਸਾ ਰੁਪਈਏ ਦੇ ਨਾਲ ਖਰੀਦਣਾ ਚਾਹੁੰਦਾ ਗੁਰਤਾ ਗੱਦੀ। ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੇ ਨਾ ਆਪ। ਖਿਨ ਮੈਂ ਛੋੜ ਜਾਏ ਵਿਖਿਆ ਰਸ, ਤੋ ਲਾਗੈ ਪਛਤਾਪ। ਇੱਕ ਖਿਣ ਲੱਗਣਾ, ਸਭ ਕੁਝ ਪਰਾਇਆ ਹੋ ਜਾਣਾ ਹੈ, ਤੇ ਪਛਤਾਵੇ ਤੋਂ ਬਿਨਾਂ ਫਿਰ ਕੁਝ ਨਹੀਂ ਪੱਲੇ ਪੈਣਾ। ਜੋ ਤੁਮਰੇ ਪ੍ਰਭ ਹੋਤੇ ਸੁਆਮੀ, ਹਰ ਤਿਨ ਕੇ ਜਾਪੋ ਜਾਪ। ਪੁੱਤਰ ਹਜੇ ਵੀ ਸਮਾਂ, ਜਿਹੜਾ ਮਾਲਕ ਹੈ, ਜਿਹੜਾ ਸੁਆਮੀ ਹੈ, ਉਹਦਾ ਨਾਮ ਸਿਮਰਿਆ ਕਰ, ਭਲਾ ਹੋ ਜਾਏਗਾ। ਉਪਦੇਸ਼ ਕਰਤ ਨਾਨਕ ਜਨ ਤੁਮ ਕੋ, ਜੋ ਸੁਣੋ ਤੋ ਜਾਏ ਸੰਤਾਪ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਗੁਰੂ ਸਾਹਿਬ ਜੀ ਤੈਨੂੰ ਉਪਦੇਸ਼ ਕਰਦੇ ਨੇ। ਹੁਣ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਨੇ, ਇਹ ਨਹੀਂ ਕਹਿੰਦੇ ਕਿ ਤੇਰਾ ਸੰਤਾਪ ਚਲਾ ਜਾਏਗਾ। ਜੇ ਮੰਨ ਲਵੇਂਗਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਤਾਂ ਚਲਾ ਜਾਏਗਾ। ਉਪਦੇਸ਼ ਕਰਤ ਨਾਨਕ ਜਨ ਤੁਮ ਕੋ, ਜਿਉਂ ਸੁਣੋ। ਹੁਣ ਮਰਜ਼ੀ ਤੇਰੀ ਕਿ ਤੂੰ ਸੁਣ ਕੇ ਉਹਨੂੰ ਮੰਨਣਾ ਕਿ ਨਹੀਂ। ਕਹਿੰਦੇ ਜੋ ਸੁਣੋ ਤੂੰ ਜਾਏ ਸੰਤਾਪ, ਜੇ ਸੁਣ ਦੇਂਗਾ ਤੇ ਦੁੱਖ ਸੰਤਾਪ ਜਿਹੜੇ ਚਲੇ ਜਾਣਗੇ, ਉਤਰ ਜਾਣਗੇ। ਚੌਪਈ ਪ੍ਰੀਤਿਆ ਸੁਣੋ ਗਰਭ ਕਿਆ ਧਨ ਕੋ, ਜਿਸ ਕੋ ਤਿਆਗਤ ਟਿਕੇ ਨ ਖਿਨ ਕੋ। ਸਤਿਗੁਰੂ ਕਹਿੰਦੇ ਨੇ, ਪ੍ਰੀਤਿਆ ਸੁਣ, ਇਸ ਧਨ ਦਾ ਕੀ ਹੰਕਾਰ ਕਰਨਾ, ਕੀ ਮਾਣ ਕਰਨਾ, ਜਿਹਨੇ ਇੱਕ ਖਿਣ ਹੀ ਨਹੀਂ ਟਿਕਣਾ, ਇੱਕ ਖਿਣ ਦੇ ਵਿੱਚ ਪਰਾਇਆ ਹੋ ਜਾਣਾ ਹੈ। ਪਛਤਾਵਤ ਪਿੱਛੇ ਰਹਿ ਜਹਿ, ਪਿਤ ਸੋ ਝਗਰਤ ਲਾਜ ਨ ਪੈ। ਦੇਖ ਜਿਹੜੇ ਧਨ ਕਰਕੇ ਤੂੰ ਲੜਨਾ ਹੈ, ਇਸ ਧਨ ਕਰਕੇ ਕੇਵਲ ਪਛਤਾਵਾ ਰਹਿਣਾ ਹੈ। ਤੇ ਪਿਤਾ ਦੇ ਨਾਲ, ਪਿਓ ਦੇ ਨਾਲ ਤੂੰ ਲੜਨਾ ਹੈ, ਅੜੀਆਂ ਕਰਨਾ ਹੈ, ਤੇ ਤੈਨੂੰ ਸ਼ਰਮ ਵੀ ਨਹੀਂ ਆਉਂਦੀ, ਲਾਜ ਵੀ ਨਹੀਂ ਆਉਂਦੀ। ਯਾ ਤੇ ਹਰ ਹਰ ਸਿਮਰਨ ਕਰੋ, ਨੇਕੋ ਇਹ ਉਪਦੇਸ਼ ਜੇ ਧਰੋ। ਨੇਕੋ ਇਹ ਉਪਦੇਸ਼, ਬੜਾ ਸੋਹਣਾ ਉਪਦੇਸ਼ ਹੈ, ਪਰ ਤਾਂ ਕਹਿੰਦੇ ਜੇ ਧਰੋ, ਜਿਹਨੂੰ ਧਾਰਨ ਕਰ ਲਵੋ। ਤੇ ਉਪਦੇਸ਼ ਕੀ ਹੈ? ਕਿ ਭਈ ਹਰੀ ਦਾ, ਪਰਮੇਸ਼ਰ ਦਾ ਨਾਮ ਸਿਮਰਿਆ ਕਰੋ, ਇਸ ਮੋਹ ਮਾਇਆ ਤੋਂ ਬਚ ਜਾਓਗੇ। ਤਨ ਮਨ ਕੇ ਸਭ ਹਤੇ ਸੰਤਾਪ, ਬਹੁਰ ਨਾ ਵਿਆਪੈ ਲੋਭੋ ਸੋ ਪਾਪ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਤਨ ਦੇ ਵੀ, ਮਨ ਦੇ ਵੀ ਸਾਰੇ ਵਿਆਦ, ਸਾਰੇ ਕਸ਼ਟ ਦੂਰ ਹੋ ਜਾਣਗੇ। ਇਹ ਜਿਹੜੇ ਪਾਪ ਅੰਦਰੋਂ ਦੂਰ ਹੋ ਜਾਣਗੇ, ਲਾਲਚ ਵਰਗੇ। ਸੁਣ ਪ੍ਰੀਥਿਆ ਪੁਨ ਖਿਜੋ ਵਿਸਾਲਾ, ਸਿਮਰੋ ਹਰ ਹਰ ਨਾਮ ਗੋਪਾਲਾ। ਕਹਿੰਦੇ ਇਹ ਸੁਣ ਕੇ ਪ੍ਰੀਥਿਆ ਜਿਹੜਾ ਸਗੋਂ ਹੋਰ ਜ਼ਿਆਦਾ ਖਿਜ ਗਿਆ।
कि हुण कह रहे हो हरि हरि गोपाल गोपाल सिमरो, हुण उपदेश देंदे को सिमरो। गुरियाल लघु सुत को दै कै, मोहे अनादर सब मैं कह कै। कि गुरियाई छोटे नूं दे के सारिਆਂ ਦੇ ਵਿੱਚ अपमानित करके ਹੁਣ ਮੈਨੂੰ ਉਪਦੇਸ਼ ਦਿੰਦੇ ਕੋਈ ਗੁਰੂ ਗੁਰੂ ਸਿਮਰੋ। ਕਿਉਂਕਿ ਜਿਹੜਾ ਉਪਦੇਸ਼ ਲੈਣਾ ਹੀ ਨਹੀਂ ਚਾਹੁੰਦਾ ਉਹਦੇ ਕੋਲ ਬਹਾਨੇ ਬਥੇਰੇ ਨੇ, ਉਹਦੇ ਵਾਸਤੇ ਬਹਾਨੇ ਲੱਭ ਜਾਂਦੇ ਨੇ। ਉਪਦੇਸ਼ਨ ਕੋ ਲਖ ਅਧਿਕਾਰੀ, ਭਲੋ ਸਮੇਂ ਅਬ ਗਿਰਾ ਉਚਾਰੀ। ਕਿ ਉਪਦੇਸ਼ ਦੇਣ ਲਈ ਚੰਗਾ ਅਧਿਕਾਰੀ ਹੁਣ ਸਮਝਿਆ ਜੇ, ਹੁਣ ਚੰਗੇ ਸੋਹਣੇ ਬਚਨ ਕੀਤੇ ਜੇ ਉਪਦੇਸ਼ ਦੇਣ ਦਾ ਅਧਿਕਾਰੀ ਸਮਝਦੇ ਤੇ ਫਿਰ ਗੁਰਤਾ ਗੱਦੇ ਤੇ ਬਿਠਾਉਣਾ ਸੀ, ਫਿਰ ਉਪਦੇਸ਼ ਦੇਣਾ ਸੀ। ਗੁਰਤਾ ਕੇ ਧਰ ਕਰ ਉਰੇ ਆਸਾ, ਹਰ ਕੋ ਭਜੋ ਹੋਏ ਕਰ ਦਾਸਾ। ਕਹਿੰਦੇ ਗੁਰਤਾ ਗੱਦੇ ਤੇ ਆਸ ਲੈ ਕੇ ਮੈਂ ਤੇ ਸਿਮਰਨ ਕਰਦੇ ਰਿਹਾ, ਗੁਰੂ ਗੁਰੂ ਜਪਦੇ ਰਿਹਾ। ਪਰ ਉਹ ਗੁਰੂ ਗੁਰੂ ਜਪਣਾ ਥੋੜ੍ਹੀ ਹੈ ਜੀ। ਔਰ ਇਵੇਂ ਦੀ ਕਿਸੇ ਤਰ੍ਹਾਂ ਦੀ ਆਸ ਲੈ ਕੇ ਚੱਲੀਏ ਫਿਰ ਉਹ ਗੁਰੂ ਗੁਰੂ ਜਪਣਾ ਥੋੜ੍ਹੀ ਹੈ। ਉਹ ਤਾਂ ਬਿਜ਼ਨਸ ਹੈ, ਵਪਾਰ ਹੈ, ਕਰੀ ਚੱਲੋ। ਇਹੋ ਧਰੋ ਉਪਦੇਸ਼ ਤੁਮਾਰਾ, ਭਲੇ ਕਰੋਗੇ ਭਉਜਲ ਪਾਰਾ। ਤੇ ਹੁਣ ਮੈਂ ਤੁਹਾਡਾ ਕਿਹੜਾ ਉਪਦੇਸ਼ ਧਾਰਨ ਕਰਾਂ? ਇਹ ਚੰਗਾ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰੇਗਾ। ਮੇਰੀ ਤੇ ਬੇੜੀ ਤੁਸੀਂ ਡੋਬ ਦਿੱਤੀ ਸਾਰਿਆਂ ਦੇ ਵਿੱਚ। ਕਰਤ ਅਯੋਗ ਨਾ ਕਛੂ ਵਿਚਾਰੇ, ਸਿਮਰੋ ਹਰ ਹਰ ਅਬੇ ਉਚਾਰੇ। ਕਹਿੰਦੇ ਜਦੋਂ ਐਡਾ ਮਾੜਾ ਕੰਮ ਕੀਤਾ, ਐਡਾ ਅਯੋਗ ਕੰਮ ਕੀਤਾ, ਕਿਉਂ ਉਹਦੇ ਵਾਸਤੇ ਤਾਂ ਮਾੜਾ ਹੀ ਹੈ ਨਾ। ਕਿ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ, ਉਦੋਂ ਨਹੀਂ ਵਿਚਾਰ ਕੀਤੀ। ਸਿਮਰੋ ਹਰ ਹਰ ਅਬੇ ਉਚਾਰਿਓ, ਹੁਣ ਕਹਿੰਦੇ ਹੋ ਕਿ ਹਰੀ ਹਰੀ ਸਿਮਰਿਆ ਕਰੋ। ਸੁਣ ਸਿਰੇ ਰਾਮਦਾਸ ਬਚ ਖੋਟੇ, ਹਟਤ ਨਹੀਂ ਕੋ ਕਿਸ ਬਿਦ ਹੁਟੇ। ਧੰਨ ਗੁਰੂ ਰਾਮਦਾਸ ਜੀ ਨੇ ਜਦੋਂ ਪ੍ਰਿਥੀ ਚੰਦ ਦੇ ਫੇਰੇ ਖੋਟੇ ਬੋਲ ਸੁਣੇ ਤੇ ਗੁਰੂ ਸਾਹਿਬ ਜੀ ਵਿਚਾਰ ਕਰਦੇ ਨੇ ਕਿ ਇਹ ਨਹੀਂ ਹਟਦਾ, ਇਹ ਸਮਝਾਇਆ ਨਹੀਂ ਸਮਝਦਾ, ਇਹ ਉਸ ਫੋਕੇ ਬਾਂਸ ਦੀ ਤਰ੍ਹਾਂ ਹੈ ਕਿ ਉਹਦੇ ਵਿੱਚ ਹੁਣ ਜਿੰਨੀਆਂ ਮਰਜ਼ੀ ਫੂਕਾਂ ਮਾਰੀ ਚਲੋ, ਕੋਈ ਫੂਕ ਅੰਦਰ ਟਿਕਣੀ ਨਹੀਂ। ਏਕ ਪ੍ਰੇਤ ਜਿਸ ਕਾਰਨ ਖੁਟਾਈ, ਹੁਣ ਇੱਕ ਸ਼ਬਦ ਬਣਾਏ ਸੁਣਾਈ। ਇਹਦੇ ਅੰਦਰ ਤੇ ਇੱਕੋ ਹੀ ਪ੍ਰੀਤ ਹੈ ਜਿਹਦੇ ਕਰਕੇ ਇਹਦਾ ਅੰਦਰ ਇੰਨਾ ਖੋਟਾ ਹੋ ਗਿਆ। ਤੇ ਉਹ ਪ੍ਰੀਤ ਹੈ ਰੁਪਈਆ, ਉਹ ਪ੍ਰੀਤ ਹੈ ਪੈਸਾ। ਔਰ ਇਹਨੂੰ ਲੱਗਦਾ ਸੀ ਕਿ ਸ਼ਾਇਦ ਗੁਰਤਾ ਗੱਦੀ ਜਿਹੜਾ ਹੈ ਉਹ ਕਿਤੇ ਬਾਦਸ਼ਾਹ ਵਾਲੀ ਗੱਦੀ ਹੈ ਕਿ ਜਿਹਦੇ ਉੱਤੇ ਬੈਠ ਜਾਵਾਂਗੇ ਤੇ ਰੁਪਈਏ ਰੁਪਈਏ ਹੋਣਗੇ। ਇੱਥੇ ਸਤਿਗੁਰੂ ਜੀ ਨੇ ਇੱਕ ਪਾਵਨ ਬਚਨ ਹੋਰ ਉਚਾਰਨ ਕੀਤਾ। ਤਿੰਨੇ ਅੰਤਰ ਹਰ ਆਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ। ਕਿ ਸਤਿਗੁਰੂ ਜੀ ਵਿਚਾਰ ਕਰਦੇ ਨੇ ਇਹਦੇ ਭਾਗਾਂ ਵਿੱਚ ਇੰਨੀ ਲਿਲਾਰ ਦਾ ਅਰਥ ਹੁੰਦਾ ਮਸਤਕ, ਵੀ ਜਿਹਦੇ ਮੱਥੇ ਦੇ ਭਾਗਾਂ ਦੇ ਉੱਤੇ ਲਿਖਿਆ ਹੋਵੇ, ਮੱਥੇ ਦੇ ਉੱਤੇ ਲਿਖਿਆ ਹੋਵੇ ਆਰਾਧਿਆ ਤੇ ਅਸਲ ਵਿੱਚ ਉਹਨਾਂ ਨਹੀਂ ਹੈ। ਤਿੰਨੀ ਅੰਤਰ ਹਰ ਆਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ। ਤੁਰ ਤੋਂ ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਗਿਆ। ਤਿੰਨ ਕਿ ਬਖੇਲੇ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ। ਹੁਣ ਤੇ ਬਖੇਲੀ ਕਰਦਾ ਗੁਰੂ ਅਰਜਨ ਦੇਵ ਜੀ ਦੀ ਵੀ। ਗੁਰੂ ਪਿਤਾ ਹੈ, ਗੁਰੂ ਪਿਤਾ ਰਾਮਦਾਸ ਦੀ ਵੀ ਬਖੇਲੀ ਕਰਦਾ ਹੈ। ਔਰ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਕੋਈ ਵਿਚਾਰਾ ਕਿਸੇ ਦੀ ਬਖੇਲੀ ਕਿਵੇਂ ਕਰ ਸਕਦਾ ਹੈ, ਕਿੰਨੇ ਕੁ ਕਰ ਸਕਦਾ ਹੈ? ਜਿੰਦਾ ਅੰਗੀਕਾਰ ਮੇਰਾ ਕਰਤਾਰ ਆਪ ਹੋਵੇ, ਜਿਹੜਾ ਆਪ ਵਿੱਚ ਵਸਿਆ ਹੋਵੇ, ਜਿਹੜਾ ਆਪ ਹੀ ਕਰਤਾਰ ਹੋਵੇ, ਉਹਦੀ ਕੋਈ ਬਖੇਲੀ ਕੀ ਕਰ ਲੇਗਾ? ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ ਜਨਮ ਜਨਮ ਕੇ, ਸਭ ਦੁੱਖ ਨਿਵਾਰਨ ਹਾਰਾ। ਤੇ ਧੰਨ ਗੁਰੂ ਰਾਮਦਾਸ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਨੇ, ਮਨਾ ਹਰੀ ਨੂੰ ਧਿਆ। ਇਵੇਂ ਦੇ ਖੋਟੀਆਂ ਦੇ ਗੱਲਾਂ ਨੂੰ ਨਾ ਸੁਣ, ਇਵੇਂ ਦੇ ਖੋਟਿਆਂ ਨੂੰ ਨਾ ਸਮਝਾ। ਪੂਰੇ ਸਤਿਗੁਰੂ ਜੀ ਉੱਥੇ ਪਾਵਨ ਬਚਨ ਉਚਾਰਨ ਕੀਤਾ। ਕਵੀ ਸੰਤੋਖ ਸਿੰਘ ਜੀ ਕੇ ਲਿਖਦੇ ਨੇ, ਤਿਸ ਕੇ ਅੰਤਰ ਹਰ ਲਿਵ ਲਾਗੇ, ਜਿਸ ਕੇ ਲਿਖਿਓ ਧਰੋ ਬੜ ਭਾਗੇ। ਇਹ ਅੰਦਰ ਨਾਮ ਜਪਣ ਦੀ ਲਿਵ ਵੀ ਸਿਰਫ ਉਹਨਾਂ ਦੇ ਅੰਦਰ ਲੱਗਦੀ ਹੈ ਜਿਹੜੇ ਵੱਡੇ ਭਾਗਾਂ ਦੇ ਅੰਦਰ ਧੁਰ ਤੋਂ ਵੱਡੇ ਭਾਗਾ ਕਰਕੇ ਧੁਰ ਤੋਂ ਜਿਨ੍ਹਾਂ ਦੇ ਅੰਦਰ ਲਿਖਿਆ ਜਾਏ। ਸਿਰ ਅਰਜਨ ਕੋ ਸਦਾ ਸਹਾਇਕ, ਹਰ ਕਰਤਾਰ ਸੋ ਸਭ ਜਗ ਨਾਇਕ।
ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਪ੍ਰਿਥਵੀ ਨੂੰ ਬੋਲਣ ਦੇ ਜੋ ਬੋਲਦਾ ਹੈ ਕਿ ਪਰਮਾਤਮਾ ਜਿਹੜਾ ਸਾਰੇ ਜਗਤ ਦਾ ਸੁਆਮੀ ਹੈ ਉਹ ਹਮੇਸ਼ਾ ਧੰਨ ਗੁਰੂ ਅਰਜਨ ਦੇਵ ਜੀ ਦੇ ਨਾਲ ਹੈ, ਉਹਨਾਂ ਦਾ ਆਪ ਸਹਾਇਕ ਹੈ। ਤਿਸ ਕੇ ਤੂੰ ਕਿਆ ਕਰੇ ਬਖੀਲੀ, ਜਿਸ ਕੇ ਹਰ ਲੈਵ ਲੱਗੀ ਰਸੀਲੀ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਪ੍ਰਿਥੀਏ ਤੂੰ ਉਹਨਾਂ ਦੀ ਨਿੰਦਿਆ ਕੀ ਕਰ ਲਵੇਂਗਾ, ਬਖੀਲੀ ਕੀ ਕਰ ਲਵੇਂਗਾ। ਜਿਨ੍ਹਾਂ ਦੀ ਲਿਵ, ਜਿਨ੍ਹਾਂ ਦੀ ਰਸ ਦੇ ਉੱਤੇ, ਉਹ ਰਸੀਲੀ ਰਸਨਾ ਦੇ ਉੱਤੇ ਆਪ ਰਸਨਾ ਦਾ ਮਾਲਕ ਬੈਠਿਆ ਹੋਇਆ ਹੈ, ਉਹਨਾਂ ਦੇ ਬਖੀਲੀ ਤੂੰ ਕੀ ਕਰੇਂਗਾ। ਲੱਗਿਓ ਭਗਤ ਬਖਸ਼ਿਸ਼ ਭੇ ਤੁਰਤੇ, ਅੰਮ੍ਰਿਤ ਭਗਤ ਭੰਡਾਰ ਸੁਬਰਤੇ। ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਨੇ ਜਿਨ੍ਹਾਂ ਨੂੰ ਸ਼ੁਰੂ ਤੋਂ ਧੁਰ ਤੋਂ ਭਗਤੀ ਗੁਰੂ ਪਰਮੇਸ਼ਰ ਨੇ ਆਪ ਬਖਸ਼ੀ ਹੈ, ਜਿਹਨੂੰ ਭੱਟ ਸਾਹਿਬ ਜੀ ਕਹਿੰਦੇ ਨੇ ਕਿ ਧੰਨ ਗੁਰੂ ਅਰਜਨ ਦੇਵ ਜੀ ਤੇ ਉਹ ਗੁਰੂ ਨੇ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਔਰ ਧੰਨ ਗੁਰੂ ਰਾਮਦਾਸ ਜੀ ਜਨਮ ਦੀ ਵੀ ਗੱਲ ਨਹੀਂ ਕਰਦੇ, ਕਹਿੰਦੇ ਧੁਰ ਤੋਂ ਹੀ ਰੱਬ ਨੇ ਪਰਮੇਸ਼ਰ ਨੇ ਉਹਨਾਂ ਦੇ ਹਿੱਸੇ ਵਿੱਚ ਭਗਤੀ ਲਿਖੀ ਹੈ। ਰੀਸ ਕਰੇ ਮੂਰਖ ਹੈ ਸੋਏ, ਹਲਤ ਪਲਤ ਮੁਖ ਕਾਰੋ ਹੋਏ। ਤੇ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਰੀਸ ਕਰੇ, ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਮੂਰਖ ਹੀ ਹੋਵੇਗਾ ਨਾ, ਲੋਕ ਪਰ ਲੋਕ ਵਿੱਚ ਤੇਰੇ ਤਰ੍ਹਾਂ ਮੂੰਹ ਹੀ ਕਾਲਾ ਕਰਵਾਏਗਾ। ਪ੍ਰਿਆ ਹਰ ਨਾਮ ਭਗਤ ਸੋ ਦਾਸ, ਤਿਨ ਕੇ ਪਈਐ ਪ੍ਰਭੂ ਪ੍ਰਕਾਸ਼। ਹੁਣ ਸਤਿਗੁਰੂ ਜੀ ਕਹਿੰਦੇ ਨੇ ਉਹ ਤੇ ਹਰੀ ਪਰਮਾਤਮਾ ਦਾ ਪਿਆਰਾ ਭਗਤ ਹੈ ਗੁਰੂ ਅਰਜਨ ਦੇਵ ਜੀ। ਤਿੰਨ ਤੇ ਪਈਏ ਪ੍ਰਭੂ ਪ੍ਰਕਾਸ਼, ਉਹਨਾਂ ਦੇ ਅੰਦਰ ਤੇ ਪ੍ਰਭੂ ਦਾ ਪਰਮਾਤਮਾ ਦਾ ਆਪਣਾ ਵਾਸਾ ਹੈ, ਆਪਣਾ ਪ੍ਰਕਾਸ਼ ਹੈ। ਤੇ ਪ੍ਰਿਥੀ ਉਹਨਾਂ ਦੀ ਨਿੰਦਿਆ, ਉਹਨਾਂ ਦੀ ਬਖੀਲੀ ਤੂੰ ਕਰੇਂਗਾ ਕੀ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਵੀ ਖਤਮ ਕੀਤਾ ਹੈ। ਅਗਲਾ ਅਧਿਆਇ ਨੰਬਰ 23, ਜਿਹਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਰਪਾ ਕਰਨੀ ਹੈ। ਅੰਮ੍ਰਿਤਸਰ ਛੱਡ ਕੇ ਗੋਬਿੰਦਵਾਲ ਸਾਹਿਬ ਹੁੰਦੇ ਨੇ, ਇੱਥੇ ਜਿਵੇਂ ਦੇ ਬਚਨ ਵਿਲਾਸ ਕਰਦੇ ਨੇ ਉਹ ਆਪਾਂ ਕੱਲ੍ਹ ਵਿਚਾਰਾਂਗੇ। ਹੋਈਆਂ ਫੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ।